ਯਾਰ ਮੈਂ ਦੀਨ ਵੇਖਾਂ ਕਿ ਦੁਨੀਆ ਵੇਖਾਂ, ਉਹ ਮੈਨੂੰ ਕਿਹੜੇ ਸਿਆਪੇ 'ਚ ਪਾਤਾ ਜੇ। यार मैंने समझ नहीं लग रही, तलीम अगर पैसा कमाना सिखा सकती है तो आखिरत कमाना क्यों नहीं सिखा सकती। ਆਪਣੀ ਜਾਨ ਛੁਡਾ ਰਹੇ ਨੇ ਬੇਸਿਕਲੀ। ਮੈਂ ਜੋ ਐਨਾਲਿਸਿਸ ਕੀਤਾ ਹੈ ਨਾ, ਉਹ ਇਸ ਦੌੜ ਦੇ ਵਿੱਚ ਸ਼ਾਮਲ ਨਹੀਂ ਹੋ ਪਾ ਰਹੇ ਤੇ ਆਪਣੀ ਜਾਨ ਛੁਡਾ ਰਹੇ ਨੇ। वो हर इल्म ही दीनी है अगर अल्लाह की मर्जी के मुताबिक हो। अब ला इलाहा इल्लल्लाह पढ़ लेने के बाद हमारी मर्जी नहीं चल सकती, हमारी मर्जी हर किसी नहीं चल सकती। अब हमने अगर बच्चे को दुनिया में और आखिरत में कामयाब करना है ना, तो उसके लिए हमें अल्लाह से पूछना पड़ेगा कि कैसी तालीम ऐसी हो जिससे बच्चे की दुनिया भी संवर जाए और आखिरत भी संवर जाए। हाँ जी भाईजान, सब खैर है? ਸ਼ੁਕਰ ਅੱਲਾ, ਦੁਆਵਾਂ ਤੋਂ। माशाल्लाह बच्चे आजकल की करते पे ने? ਯਾਰ ਬੱਚਿਆਂ ਨੂੰ ਬਸ ਤਾਲੀਮ ਵਾਲੇ ਪਾਸੇ ਹੀ ਪਾਇਆ ਹੋਇਆ ਹੈ ਤੇ ਤਾਂ ਕਿ ਜ਼ਰਾ पैसे तुसे कमा सकन। ਉਹ ਜ਼ਾਹਿਰ ਗੱਲ ਹੈ, ਫਿਰ ਪੈਸਿਆਂ ਵਾਸਤੇ ਹੀ ਤੁਹਾਨੂੰ ਪਤਾ ਹਰ ਸ਼ਹਿਰ ਦਾ ਕੰਮ ਹੀ ਪੈਸਿਆਂ ਦਾ बिल्कुल सही है, ਜ਼ਰਾ बिल्कुल सही। ਇਰਾਦੇ ਆ ਨੇ मामला ਕਿ पाकिस्तान दे चलते पे ने। हाँ जी। पैसे तो बगैर तो गेम ही कोई नहीं है। ਬਿਲਕੁਲ ਹਾਂਜੀ, ਇਹ ਤੇ ਇਰਾਦਾ ਹੈ ਜ਼ਰਾ ਬਾਹਰ ਸ਼ਹਿਰ ਘਲੀਏ, ਇਹ ਤਾਂ ਬਹੁਤ ਕੋ ਗੱਡੀਆਂ ਕੋ ਕਾਰਾਂ ਕੋ ਮਜ਼ੇ ਮਜ਼ੇ है तो बहुत ਮੌਜਾਂ ਲੱਗੇ। शानदार है, शानदार है। ਤੇ ਉਹ ਬਸ ਇੰਜ ਦੇ ਇਰਾਦੇ ਨੇ। ਬਾਕੀ ਯਾਰ ਦਿਲ ਜਿਹੜਾ ਨਾ ਥੋੜਾ ਜਿਹਾ ਬੱਚਿਆਂ ਬੜੀ ਚਾਹ ਰਿਹਾ ਕਿ ਜ਼ਰਾ ਅੱਗੇ ਨਿਕਲਣ, ਅੱਗੇ ਵਧਣ, ਜ਼ਿਆਦਾ ਤੋਂ ਜ਼ਿਆਦਾ ਮਤਲਬ ਮਾਸ਼ਰੇ ਦਾ ਬੜਾ ਮਾਸ਼ਰੇ 'ਚ ਦੇਖੋ ਇੱਕ ਮਾਸ਼ਰੇ 'ਚ ਰਹਿਣ ਵਾਸਤੇ ਮਤलब ਸਰਵਾਈਵ ਕਰਨ ਵਾਸਤੇ भाई अगर जी वन साइडेड अगर मशवरा लेना है फिर तो ठीक है, ले लो ਉੱਥੋਂ ਹੀ ਲੈ ਲਓ ਤੁਸੀਂ। ਲੇਕਿਨ ਅਗਰ ਦੂਜੇ ਸਾਈਡ ਦਾ ਵੀ ਮਸ਼ਵਰਾ ਲੈਣਾ ਤਾਂ ਸਾਡੇ ਕੋਲ ਵੀ ਇੱਕ ਬਿਸਮਿਲ੍ਲਾ ਤੁਸੀਂ ਦਿਓ ਨਾਕਸ ਰਾਏ ਹੈ ਸਾਡੀ ਵੀ, ਲੈ ਲਓ। ਬਾਕੀ ਇਨਸਾਨ ਕਰਨੀ ਆਪਣੀ ਮਰਜ਼ੀ ਹੁੰਦੀ ਹੈ। ਦਿਓ ਬਿਸਮਿਲ੍ਲਾ। ਮੈਂ ਤੇ ਤੁਹਾਡੀ ਬੜੀ ਅੱਛੀ ਤਲੀ ਗੱਲ ਹੈ। ਗੱਪਸ਼ਪ ਲੱਗਦੀ ਜੀ, ਪਈ ਹੈ ਬਿਲਕੁਲ ਇਹੀ ਕਿ ਗੱਲ। ਸਾਰੀਆਂ ਗੱਲਾਂ ਐਡ ਹੋ ਜਾਣ। ਤੁਹਾਨੂੰ ਬੁਲਾਉਣ ਦਾ ਮਕਸਦ ਵੀ ਆਈ ਸੀ। ਬਿਲਕੁਲ ਇਹੀ ਗੱਲ ਹੈ। ਕਾਮਰਾਨ ਵੀ ਤੁਸੀਂ ਗੱਲ ਕੀਤੀ, ਬੜੀ ਅੱਛੀ ਕੀਤੀ, ਮਾਸ਼ਾਅੱਲਾ। ਬੱਚੇ ਅੱਲਾਹ ਤਾਲਾ ਤੁਹਾਡੇ ਬੱਚਿਆਂ ਨੂੰ ਹੋਰ ਤੌਫੀਕ ਦੇ, ਅੱਛੇ ਪੜ੍ਹਨ। ਲੇਕਿਨ ਇਹਦੇ 'ਚ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਕਿ ਹਦਫ ਕੀ ਹੈ, ਦੇਖੋ ਇਹਦੇ 'ਚ ਥੋੜਾ ਮੇਰਾ ਇਖਤਲਾਫ ਰੱਖਾਂਗਾ ਮੈਂ ਤੁਹਾਡੇ ਨਾਲ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਟਾਈਮ ਦੁਨਿਆਵੀ ਤੌਰ 'ਤੇ ਜ਼ਿੰਦਗੀ ਗੁਜ਼ਾਰਨਾ ਬੜਾ ਮੁਸ਼ਕਿਲ ਹੋਇਆ ਹੋਇਆ ਹੈ ਔਰ ਪੈਸਾ ਇੱਕ ਬੜਾ ਜ਼ਰੂਰੀ ਹੈ। ਲੇਕਿਨ ਮੈਂ ਸਿਰਫ ਮੈਂ ਇੱਕ ਇਖਤਲਾਫ ਇਸ ਗੱਲ 'ਤੇ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਤਾਲੀਮ ਦੇਣ ਲੱਗੋ ਜਾਂ ਉਹਦੀ ਕਿਸੇ ਫੀਲਡ ਭੇਜਣ ਲੱਗੋ, ਮਿਸਾਲ ਤੌਰ 'ਤੇ ਅਗਰ ਹੁਣ ਸਾਡੇ ਬੱਚਿਆਂ ਨੂੰ IT 'ਚ ਸ਼ੌਕ ਹੈ, ਸਾਇੰਸ 'ਚ ਸ਼ੌਕ ਹੈ, ਕਿਸੇ ਵੀ ਦੁਨੀਆ ਦੀ ਕਿਸੇ ਵੀ ਫੀਲਡ 'ਚ ਜਾਣਾ ਚਾਹ ਰਿਹਾ, ਯਾਰ ਉਹਦੀ ਖਾਲੀ ਉਹਦਾ ਸਿਰਫ ਇਹ ਓਬਜੈਕਟਿਵ ਨਾ ਰੱਖੋ ਕਿ ਇਹ ਉਹ ਚੀਜ਼ ਸਿਰਫ ਪੈਸੇ ਲਈ ਕਰ ਰਿਹਾ ਹੈ। ਦੇਖੋ ਪੈਸਾ ਜਦੋਂ ਆ ਵੀ ਜਾਏਗਾ ਨਾ, ਉਹ ਪੈਸਾ ਅਚੀਵ ਕਰ ਵੀ ਲਏਗਾ, ਲੈ ਵੀ ਲਏਗਾ। ਪੈਸਾ ਲੈ ਵੀ ਲਏਗਾ ਨਾ, ਉਹਨੂੰ ਪੈਸਾ ਇਸਤੇਮਾਲ ਕਰਨਾ ਕਿੰਨੇ ਸਿਖਾਉਣਾ ਹੈ, ਇਹਨੂੰ ਕਹਿੰਦੇ ਨੇ ਤਰਬੀਅਤ। लिहाजा अपने बच्चों को पैसे के नाल नाल उनकी तरबियत लाजमी करो कि बेटा आप ये इस फील्ड में जाने हैं, इस फील्ड में आप ज़्यादा से ज़्यादा मैक्सिमम अचीव करें। लेकिन आपकी तरबियत ऐसी होनी चाहिए कि आपकी इस फील्ड के साथ किसी का जो है आपका हर्ज ना हो, किसी शख्स के साथ। यार तरबियत की तुसी गल कर रहे हो, जाहिर गल है हर माँ बाप अपने बच्चे की तरबियत करता है ਤੇ ਬਾਤ ਹੈ ਕਿ ਉਹਨੂੰ ਬਜਾਏ ਦੀਨੀ ਵਾਲੇ ਪਾਸੇ ਪਾ ਦਿਆਂ, ਜਿਵੇਂ ਤੁਸੀਂ ਥੋੜਾ ਜਿਹਾ ਉਹਨੂੰ ਕਹਿ ਰਹੇ ਹੋ। ਮੈਂ ਉਹ ਪੈਸਾ ਕਿਵੇਂ ਕਮਾਏਗਾ, ਉਹ ਅੱਗੇ ਕਿਵੇਂ ਵਧੇਗਾ, ਉਹਨੇ ਪੜ੍ਹ ਕੇ ਕੁਝ ਬਣਨਾ ਹੈ, ਕੁਝ ਪੈਸਾ ਕਮਾਉਣਾ ਹੈ। ਅਸਲ ਹਦਫ ਜਿਹੜਾ ਜੈਨੂਇਨ ਜਿਹੜੀ ਗੱਲ ਹੈ, ਹਰ ਅੱਜ ਕੱਲ ਦੇ ਦੌਰ ਦੇ ਵਿੱਚ ਹਰ ਬੰਦੇ ਦਾ ਹਦਫ डेफिनेटली पैसा ही है। कामरान भाई आप बिल्कुल अपनी जगह पे ठीक कह रहे हैं, लेकिन हमने ये देखना है कामरान भाई कि बीइंग अ मुस्लिम हमने ला इलाहा इल्लल्लाह पढ़ा। बीइंग अ मुस्लिम हमने ये देखना है कि सबसे पहले तो हम मुसलमान हैं और हमने तालीम हासिल करनी है, कोई शक नहीं। पैसा भी कमाना है, पैसा ज़रूरी है, लेकिन ये देखना है कि दुनिया में पैसा तो हम कमा रहे हैं, वो पैसा हमें सिर्फ दुनिया तक ही महदूद किया हो कि वो हमारी आखिरत भी बेहतर कर रहा है। और अगर पैसा हम जो कमा रहे हैं वो सिर्फ हमारी दुनिया तो ठीक कर रहा है लेकिन हमारी आखिरत बर्बाद कर रहा है, तो ऐसे पैसे पर लानत। क्योंकि इकबाल बड़ा अच्छा यहाँ पे कहते हैं कि अल्लाह से करे दूर तो तलीम भी फितना। इसलिए हम अगर मुसलमान हैं तो हमें ये देखना पड़ेगा कि हम किस दीन के ऊपर हैं। कुरान मजीद की सूरह आल इमरान की एक आयत है, आयत नंबर 85 है, उसमें अल्लाह ताला यही तो कह रहा है कि अगर जो शख्स इस्लाम के सिवा किसी भी दीन का ख्वाहिशमंद है और वो खसारा उठाने वाला है और उससे ये हरगिज़ कबूल नहीं किया। हरगिज़ कबूल। यार मेरा एक सवाल है, जी छोटा जिहा एक सवाल है, ਤੁਸੀਂ ਕਿਉਂ ਪੈਸੇ ਦੇਣੇ ਖਿਲਾਫ ਤੁਸੀਂ ਗੱਲ ਕਰਦੇ ਪਏ ਹੋ? अच्छा, ਸਭ ਤੋਂ ਪਹਿਲੀ ਗੱਲ ਤੇ ਹੈ ਕਿ रसूल पाक ने किया है, साढ़े दीन में भी है कि गोद से लेकर गौर तक तालीम हासिल की है, इल्म हासिल किया है। अल्टीमेट पर्पस की है
علم ਦਾ ਕਿ ਤੁਸੀਂ ਆਪਣੀ ਲਾਈਫ ਸਟਾਈਲ ਨੂੰ ਸਾਇੰਸੀ ਤਾਲੀਮ ਦੂਜੀ ਤਾਲੀਮ ਦਾ ਦੀਨ ਨਾਲ ਕੀ ਤਾਲੁਕ ਤੁਸੀਂ ਆਪਣੀ ਲਾਈਫ ਸਟਾਈਲ ਨੂੰ ਤੁਸੀਂ ਬਿਹਤਰ ਲੋਗੇ ਉਹਦੇ ਇਹਦੇ ਜ਼ਾਹਿਰ ਗੱਲ ਹੈ ਪੈਸੇ ਕਾਮਰਾ में यार एक वन बाय वन ਕਾਮਰਾ में ਮਕਸਦ ਹੈ ਕਿ ਤੁਸੀਂ ਅਲਟੀਮੇਟ ਤੁਸੀਂ ਆਪਣੀ ਲਾਈਫ ਨੂੰ ਬਿਹਤਰ ਕਰਨਾ ਹੈ ਨਾ। बिल्कुल सही ये भी एक ਉਸ ਤਾਲੀਮ ਦਾ ਕੀ ਮਕਸਦ, ਉਹਦਾ ਫਾਇਦਾ ਕੀ, ਤੁਸੀਂ ਆਪਣੀ ਲਾਈਫ ਨੂੰ ਬਿਹਤਰ ਨਾ ਕਰ ਸਕੋ, हाँ भी हाँ जी बिल्कुल ਤੁਸੀਂ ਮਾਸ਼ਰੇ 'ਚ ਸਰਵਾਈਵ ਨਾ ਕਰ ਬਿਲਕੁਲ ਸਕੋ। ਸਹੀ ਕਹਿ ਰਹੇ ਹੋ। ਬੇਸਿਕਲੀ ਮੇਰੇ ਮਾਈਂਡਸੈਟ ਦੇ ਹਵਾਲੇ ਨਾਲ ਨਾ ਇਹ ਸਰਵਾਈਵਲ ਦੀ ਜੰਗ ਹੈ ਇੱਕ, ਤੇ ਇਸ ਜਿਹੜੀ ਸਰਵਾਈਵਲ ਦੀ ਜੰਗ ਹੈ ਨਾ ਉਹ ਪੈਸੇ ਤੋਂ ਬਗੈਰ ਤੇ ਹੋ ਹੀ ਨਹੀਂ ਸਕਦੀ, ਤੇ ਪੈਸਾ ਇੱਕ ਲਾਜ਼ਮੀ ਇੱਕ ਅਨਸਰ ਹੈ ਲਾਈਫ ਨੂੰ ਜੀਣ ਵਾਸਤੇ। लेकिन मैं शायद ਤੁਸੀਂ ਅਗਰ ਤੁਸੀਂ ਮੇਰੇ ਖਿਆਲ ਦਾ ਮੁੱਦਾ ਹੈ ਬਿਆਨ ਨਹੀਂ ਐਡ ਕਰਾਂਗਾ। ਮੈਂ ਆਪਣੇ ਕਈ ਦੋਸਤਾਂ ਨੂੰ ਜਾਣਦਾ, ਕਿਸੇ ਨੇ ਕਿਸੇ ਨੂੰ ਆਮ ਮੌਲਵੀ ਨਹੀਂ ਬਣਾਇਆ, ਜਿਨ ਹਰ ਬੰਦੇ ਨੇ ਕਿਸੇ ਨੇ ਡਾਕਟਰ ਬਣਾ ਲਿਆ, ਕਿਸੇ ਨੇ ਇੰਜੀਨੀਅਰ ਬਣਾ ਲਿਆ। ਨਹੀਂ ਕਾਮਰਾ ਵੀ ਅਗਰ ਕੋਈ ਮੌਲਵੀ ਬਣ ਵੀ ਜਾਂਦਾ ਕਾਮਰਾ ਹੈ ਭਾਈ ਤੇ ਮੌਲਵੀ ਦੇ ਕਾਰ ਸਿਰਫ ਜੁਮੇਦਾਰ ਦੀ ਰੋਟੀ ਜਾਂਦੀ ਹੈ। शान भाई मैं ਠੀਕ ਹੈ, ਅਸੀਂ ਬਾਕੀ ਜਗ੍ਹਾ ਤੇ ਬੜੇ ਪੈਸੇ ਲੁਟਾ ਦਿੰਦੇ शान भाई मैं सिर्फ ਦੀਵਾਲੀਆਂ ਤੇ ਬੜੇ ਪੈਸੇ ਲੁਟਾ ਦਿੰਦੇ ਆ, ਸ਼ਾਨ ਭਾਈ, ਥੀਏਟਰ ਤੇ ਜਾ ਸਿਰਫ ਇੱਕ ਮਿੰਟ ਮੁਝੇ ਕੇ ਦੀजिए। ਉਸ ਤੋਂ ਬਾਅਦ ਫਿਲਮ ਇੰਡਸਟਰੀ ਤੇ ਬੜੇ ਸ਼ਾਨ ਪੈਸੇ ਭਾਈ, ਲੁਟਾਉਂਦੇ ਆ। ਮੌਲਵੀਆਂ ਦੇ ਕਾਰ ਸਿਰਫ ਜੁਮੇਦਾਰ ਦੀ ਰੋਟੀਆਂ ਪਹੁੰਚਦੀਆਂ, ਕਿਸ ਤਰ੍ਹਾਂ ਕੋਈ ਮੌਲਵੀ शान ਬਣੇ? भाई एक मिनट सिर्फ दीजिएगा ਔਰ ਕਿਸੇ ਦਾ ਦਿਲ ਹੀ ਨਹੀਂ ਕਰਦਾ, जी, जी, सही कह रहे हो। ਕਿਉਂਕਿ ਅਸੀਂ ਉਸ ਚੀਜ਼ ਨੂੰ बिल्कुल ਪ੍ਰਮੋਟ ਕੀਤਾ ਹੀ मैं ਹੋਇਆ। यही कह रहा ਅਸੀਂ ਉਸ ਚੀਜ਼ ਨੂੰ ਪ੍ਰਮੋਟ ਕਰੀਏ, ਅਸੀਂ ਮੁੱਲਾਇਜ਼ਮ ਨੂੰ ਪ੍ਰਮੋਟ ਕਰੀਏ, ਮੌਲਵੀ ਬਣਨ, ਉਹਨਾਂ ਦਾ ਕੰਮ ਚੱਲੇ ਸਹੀ ਤਰੀਕੇ ਨਾਲ, ਕਿਤਾ ਦਿਲ ਨਹੀਂ ਕਰਦਾ ਕੋਈ ਮੌਲਵੀ ਨਾ ਬਣੇ। यार एक मिनट दीन दे मुताबिक कितना दिल नहीं करता यार कि यहाँ दीन पे गुजारे। मैंने यहाँ पे आपको किस वक्त कहा है कि आप मुल्ला बनवाएं, मौलवी बनाएं, मदरसे में दाखिल, मैंने एक दफा भी कहा है आपको। यहाँ ये सबसे बड़ी कंफ्यूजन है, यकीन कीजिएगा, बस ये सबसे बड़ी कंफ्यूजन है, बदकिस्मती है कि हमने इल्म को खुद ही दो हिस्सों में तकसीम कर दिया है कि एक दुनियावी इल्म है, एक दीनी इल्म है, और हर इल्म ही दीनी है अगर अल्लाह की मर्जी के मुताबिक हो। आप अपने बच्चे को साइंसदान बनाना चाहते हैं, गो हेड, बिस्मिल्लाह, मैंने कब रोका है। आप अपने बच्चे को आईटी में एक्सपर्ट बनाना चाहते हैं, बिस्मिल्लाह। आप डॉक्टर बनाना चाहते हैं, बिस्मिल्लाह। आप इंजीनियर बनाना चाहते हैं, बिस्मिल्लाह। मैं सिर्फ और एक बात कर रहा हूं कि अगर आप अपने बच्चों को किसी भी फील्ड में भेजेंगे, अगर उनके ज़हन में सिर्फ ये हदफ पैसा रखेंगे तो वो उसका नतीजा बहुत बुरा निकलेगा। आप पैसा भी रखें, मैं पैसे का इनकारी नहीं हूं, पैसा ज़रूरत है, पैसा बहुत ज़रूरी है, लेकिन एक बुनियादी फ़र्क उसके अंदर साथ रखें कि साथ उनको बच्चों को तरबियत देंगे। बेटा जब आप इस मुकाम पे पहुंच जाओ, जब आप अपना गोल अचीव कर लो, आप डॉक्टर, इंजीनियर, वकील, जज, ब्यूरोक्रेट कुछ भी बन जाओ, तो जब पैसा हासिल कर लो तो पैसा किस तरह हासिल करना है, किसी का हक मार के नहीं करना। यार ये बड़ा अहम है। अगर आप ये नहीं करेंगे ना, अल्टीमेटली आपके बच्चे अगर कामयाबी हो जाए, दुनियावी तौर पर कामयाबी हो जाएंगे, पैसे भी दे देंगे। यकीन कीजिएगा, मैंने ऐसे लोगों को देखा है, ऐसी औलादों को देखा है, वही औलादें वही माँ बाप के खिलाफ आखिरत में आखिर में अपनी ज़िंदगी में कह रहे होते हैं कि मेरे माँ बाप ने हमारे लिए किया क्या है। अगर आप उनको तरबियत नहीं करेंगे, और अगर आप तरबियत करेंगे तो आपके बच्चे अगर दुनियावी तौर पे आप उनको कुछ नहीं भी देके जाओगे ना, यकीन कीजिएगा आपके लिए क्या फातिहा खानी भी करेंगे, आपके लिए साले स्वाब भी करेंगे। अच्छा हनीशा साहब, अगर तो मैं तालीम के खिलाफ नहीं हूँ, बल्कि मैं तालीम को कहता हूँ प्रमोट होना चाहिए, बच्चों को ज्यादा से ज्यादा पढ़ना चाहिए, लेकिन एक फर्क के साथ कि तरबियत लाजमी साथ है। अनीशा साहब बात बता क्या है, माशाल्लाह बच्चे मेरे ने सब ने 3 बच्चे हैं, तीनों ने कुरान पाक भी एक कुछ पढ़ रहे हैं, ये एक दोनों ने जो है वो ख़त्म भी कर लिया है। बात है कि जब प्रैक्टिकल लाइफ में आना ना, उधर कुरान के रिलेटेड क्वेश्चन नहीं होते। जब आपने किसी जॉब के लिए इंटरव्यू देना है या किसी और, तब आपको दुनियावी ही तालीम की बात की जाती है, या तो उससे अगर वहाँ पे ये सवाल हो तो वो ठीक है जितनी तालीम कुरान तक हासिल कर ली बस ठीक है। मैंने अब आप अगर मैं आपका पॉइंट समझ बड़ा मैं आपका पॉइंट समझ हाँ। आपका पॉइंट समझूंगा। मैंने मेरा एक क्वेश्चन छोटा सा, मेरा एक छोटा सा क्वेश्चन है। दुनिया में हम रह रहे हैं तो हम अभी दुनिया ही की बात करेंगे ना, दुनिया को चलाने की बात करेंगे जी। अभी हम कोई आखिरत की बात तो नहीं करेंगे, लेकिन अभी हमने दुनिया को चलाना है, अपने मामलात को देखना है। दुनिया में रह के आप ये कह सकते हो कि आप आखिरत की प्लानिंग भी करें, तो यही हम डायरेक्ट यही मेरा पॉइंट है। डायरेक्ट हम आखिरत कुरान पढ़ा दिया, ठीक है, नमाज वगैरह उनको सिखा दी। आखिरत की जो प्लानिंग है ना, वो तरबियत के साथ पॉसिबल है। जो खाली तालीम है ना, वो आपको रास्ता तो दिखा देती है, लेकिन मंजिल तक नहीं पहुंच। अच्छा, मैं आपको ना मंजिल तक पहुंचने के लिए आपकी तरबियत। आप सूरह जुमा पढ़ें, वहाँ अल्लाह ताला रसूल पाक सल्लल्लाहु अलैहि वसल्लम का जो तारुफ करवा रहा है ना, वो ये कह रहा है कि इसका मफहूम बयान कर रहा हूँ, ज़ाहिर है कमी पेशी माफ़ी, मैं हाफिज़ नहीं हूँ तो उसकी कमी पेशी। सूरह जुमा में अल्लाह ताला रसूल पाक सल्लल्लाहु अलैहि वसल्लम का तारुफ क्या करवा रहा है कि अहले अरब से मुखातिब होकर कह रहा है कि तुम रसूल पाक सल्लल्लाहु अलैहि वसल्लम से पहले सराहन गुमराही में थे, और ये उसका फजल है कि उसने तुम्ही में से एक नबी बनाया जो तुम पर अपनी आयतें पढ़ कर सुनाता है और
تمہارا تزکیہ کرتا ہے. اب یہ وہاں نوٹ کرنا ہے ایک بات, تمہارا تزکیہ کرتا ہے, پھر تمہیں تعلیم اور حکمت کی دعوت دیتا ہے, بلکہ وہ تبلیغ کرتا ہے. اس لیے اس سے کیا ہمیں ملتا ہے کہ سب سے پہلے آپ نے اس بچوں کا تزکیہ کرنا ہے. تزکیہ میں اس میں تربیت آ جاتی ہے. اس کو دنیاوی مثال کے طور پر سمجھا دوں, کسی بھی کوئی اگر سخت زمین ہوگی نا, بنجر زمین ہوگی, اس پہ آپ ڈائریکٹ کچھ پھل لگانا چاہیں گے وہ نہیں لگے گا. اس کے لیے پہلے ذہن سازی کرنی پڑتی ہے, زمین کو نرم کرنا پڑتا ہے, پھر بیج لگتا ہے, پھر آپ پانی دیں گے, پھر اس میں سے پودا لگے گا, پھر آپ اس مقصد کو اچیو کریں گے. آپ ایک چٹیل میدان پہ ایک پتھر کے اوپر آپ کوشش کریں گے, اس کا فائدہ نہیں ہوگا. اس لیے اپنے بچوں کی اس کو تعلیم دیں, جو آپ کہہ رہے ہیں, جو مرضی پڑھائیں. میں پھر کہہ رہا ہوں, ان کو اپنی آخری بچوں کو کہیں گے یار اس سے زیادہ پڑھو, ایک جہاں کے آگے جہاں اور بھی ہیں, اس سے کسی کو بھی نہ روکو, لیکن ان کے ساتھ ساتھ ان کو تربیت لازمی کیجیے گا. اگر تربیت آپ نہیں کریں گے تو وہی بچے آپ کے لیے آپ کو صرف اور صرف ایک ATM کارڈ کی حیثیت دیں گے اپنے پیرنٹس. اچھا, میں ایک اور چیز, میں آپ کی بڑی بات ہے کہ آپ بڑی ٹھیک باتیں کر رہے ہیں. مجھے یہ بتائیں کہ تربیت ہم جس طرح نماز پڑھا دی, قرآن پڑھا دیا, اس حد تک تربیت تو ہو ہی رہی ہے. اب آپ کیا آپ کا خیال ہے کہ کس طرح کی تربیت ہو یار؟ ہاں جی, میں اس میں ایک چیز ایڈ کرنا چاہتا ہوں. دیکھیں, اگر ہم کربلا کے واقعہ کو اس میں اٹیچ کریں تھوڑا سا بات کو سمجھنے کے لیے, کہ یزیدی لشکر میں حافظ قرآن بھی تھے, بڑا ان کے پاس علم تھا, بڑی تعلیم تھی, لیکن ان کا نہ تزکیہ تھا نہ تربیت ہوئی ہوئی تھی. وہ امام حسین علیہ السلام کو پہچان نہیں سکے. تعلیم اور تربیت بہت ضروری ہے. دونوں چیزیں ضروری ہیں. آپ کو شاید غلط لگ رہا ہے کہ ہم تعلیم کے خلاف ہرگز نہیں ہیں. جاہل نہیں مرنا, تعلیم کے خلاف تو بات کر ہی نہیں رہے. میرے حساب سے آپ نا کنسیپٹ سمجھے نہیں ہیں. اچھا, تعلیم کے خلاف تو کوئی بھی نہیں ہے. ٹھیک ہے, پیسے ہم تو نہیں ہے نا, پیسے آپ یہ تو نہیں سمجھ رہے کہ ہم تعلیم کے ہم بھی تعلیم کے خلاف نہیں ہیں. آپ بھی تعلیم ہم تعلیم کے ساتھ تربیت, آپ چاہ یہ رہے ہیں جی کہ تربیت ہو اور آخرت کو دیکھیں ڈائریکٹ. جی جی, آخرت کو میں یار بچہ جس طرح کی آپ تعلیم کی بات کر رہے ہیں, بچہ ڈبل مائنڈیڈ ہو جائے گا. وہ کس طرح دنیاوی تعلیم کو اور دینی تعلیم دونوں کو کیسے لے کے چلے؟ دیکھیں میں پھر وہی اور وہ آپ کے نزدیک پھر مجھے بتائیں نا کہ کیا طریقہ کار ہے. میرے سب سے بہترین طریقہ ہے, میں آپ کی مثال کے طور پہ, آپ کے بیٹا اس وقت کون سی کلاس میں پڑھ رہا ہے؟ 9th میں ہے اور ایک سیکنڈ ایئر میں ہے, اور اب اس نے ماشاءاللہ یونیورسٹی جانا ہے. چلے میں مثال دیتا ہوں, میٹرک میں جو بھی پڑھ رہا ہے ماشاءاللہ وہ کلیئر کرتا ہے بچہ, ٹھیک ہے. میں نے یہ بالکل نہیں کہہ رہا کہ آپ اس کو کسی مدرسے میں داخل کریں تاکہ اس کو ڈبل مائنڈ کریں. اس سے پوچھیں کہ آپ کی بہتری, آپ بچوں آپ اپنا بتاؤ آپ کا لائکنگ کس میں ہے, کس فیلڈ میں ہے, کس سبجیکٹ میں آپ کو زیادہ پسند کر دیں, اس سبجیکٹ میں اس کو ایکسپرٹیز حاصل کرنے دیں. لیکن جب وہ آپ کا بچہ کسی یونیورسٹی میں داخل ہوتا ہے اس کو ساتھ ذہن سازی لازمی کریں. صرف یہ نہ کیجیے گا خدارا, یہ نہ کیجیے گا کہ میں آپ کو صرف اس لیے بھیج رہا ہوں کہ صرف پیسہ کمانا ہے. پیسہ بھی کمانا ہے, صرف نہیں, صرف نہ لگائیے گا, صرف نہ لگائیے. میرا آپ سے صرف آرگیومنٹ ہے. اس کی وجہ یہ ہے بینگ اے مسلم ہم نے لا الہ الا اللہ پڑھ لیا. اب لا الہ الا اللہ پڑھ لینے کے بعد ہماری مرضی نہیں چل سکتی, ہماری مرضی ہر کسی نہیں چل سکتی. اب ہم نے اگر بچے کو دنیا میں اور آخرت میں کامیاب کرنا ہے نا, تو اس کے لیے ہمیں اللہ سے پوچھنا پڑے گا کہ کیسی تعلیم ایسی ہو جس سے بچے کی دنیا بھی سنور جائے اور آخرت بھی سنور جائے. میرے نہیں گل تے یار ہے, دونوں بھائی بڑی مقبول کر رہے ہیں یار. اسی صرف پیسے میں ہی پڑھی جانا, تھوڑا جہا سوچیے یار. ٹھیک ہے بچیاں دی بالکل صرف نماز دس کے قرآن دس کے فارغ نہیں بندہ ہو جاتا. گل بالکل صحیح کہہ رہے ہیں. چھڈو وہ تے اپنی جان چھڑا رہے ہیں بیسیکلی. میں جو انالیسس کیتا ہے نا, وہ اس دوڑ دے وچ شامل نہیں ہو پا رہے تے اپنی جان چھڑا رہے ہیں. نہیں دیکھو تربیت ہو رہی بچیاں دی, تسی تربیت نہیں کر رہے اپنے بچیاں دی. نہیں کر رہے مگر جس ہر ماں باپ تربیت اچھی کرتا بچیاں دی. گل ٹھیک ہے, گل ٹھیک ہے. ہن اگر تربیت ہی اچھی ہو رہی ہے تو انہوں پیسہ کمان کو جو کما رہے مگر وہ جڑا انہوں نے نقطہ دیتا ہے نا یار, وہ مینوں ہلا گیا ہے. میں مجبور ہو گیا سوچن دے. بہرحال میں تے کہاں گا کہ فیصلہ نہ عوام تے چھڈ دیے. جو سانو سن رہے نے, سانو دیکھ رہے نے, وہ فیصلہ کرن کہ آیا کہ اسی صحیح ہیں یا وہ صحیح نے. چلو عوام کا فیصلہ. چلو.